ਵਾਹਿਗੁਰੂ ਸਾਹਿਬ ਜੀ। ਸ਼ਲੋਕ ਕਬੀਰ ਮੁਕਤ ਦੁਆਰਾ ਸੰਕੜਾ, ਰਾਈ ਦਸਵੇਂ ਭਾਏ। ਮਨ ਤੋਂ ਮੈਗਲ ਹੋਏ ਰਹਾ, ਨਿਕਸਿਆ ਕਿਉਂ ਕਰ ਜਾਏ। ਐਸਾ ਸਤਿਗੁਰ ਜੇ ਮਿਲੈ, ਤੁਠਾ ਕਰੇ ਪਸਾਓ। ਮੁਕਤ ਦੁਆਰਾ ਮੋਕਲਾ, ਸਹਜੇ ਆਵੋਂ ਜਾਓ। ਮੁਕਤ ਦੁਆਰਾ ਮੋਕਲਾ, ਸਹਜੇ ਆਵੋਂ ਜਾਓ। ਗੁਰੂ ਗਰੀਬ ਨਿਵਾਸ ਹਲਤ ਪਲਤ ਸਵਾਰ ਦਿਨਹਾਰ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਹਜ਼ੂਰੀ ਦੇ ਅੰਦਰ ਜੁੜ ਮਿਲ ਬੈਠੇ ਅਤਿ ਸਤਿਕਾਰਯੋਗ ਸਤ ਸੰਗੀ ਜਨੋ, ਆਓ ਰਲ ਮਿਲ ਕੇ ਸਾਹਿਬਾਂ ਦੀ ਪਾਵਨ ਗੁਰਬਾਣੀ ਦੇ ਨਾਲ ਕੁਝ ਕੁ ਪਲ ਬਤਾਉਣ ਦਾ ਯਤਨ ਕਰੀਏ। ਗੌੜੀ ਕੀ ਵਾਰ ਦੇ ਵਿੱਚੋਂ ਬਾਬਾ ਕਬੀਰ ਜੀ ਦਾ ਇੱਕ ਸ਼ਲੋਕ ਹੈ, ਜਿਸ ਦਾ ਪਾਠ ਆਪ ਜੀ ਨੇ ਸ਼ਰਵਣ ਕੀਤਾ ਹੈ। ਇਸ ਪਾਵਨ ਸ਼ਲੋਕ ਦੀ ਵਿਚਾਰ ਦੀ ਆਰੰਭਤਾ ਤੋਂ ਪਹਿਲਾਂ ਸੁਆਓ ਮਨ ਬਿਰਤੀਆਂ ਇਕਾਗਰ ਕਰਨ ਦਾ ਯਤਨ ਕਰੀਏ। ਜਿੰਦੀਆਂ ਵੀ ਸੰਗਤਾਂ ਜੁੜੀਆਂ ਨੇ ਲਵਾਓ ਹਾਜ਼ਰੀ। ਆਪਸ ਵਿੱਚ ਪਿਆਰ ਦਾ ਸੁਨੇਹਾ ਦਿੰਦੇ ਹੋਏ ਸਾਂਝ ਪਾਈਏ ਫਤਿਹ ਦੀ। ਇੱਕੇ ਵਾਰ ਕਹਿਣ 'ਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਜੀ ਦੀ ਪਾਵਨ ਗੁਰਬਾਣੀ ਹਮੇਸ਼ਾ ਸਾਨੂੰ ਔਖੇ ਕੰਮਾਂ ਤੋਂ ਕੱਢ ਕੇ ਸੌਖੇ ਰਾਹੇ ਪਾਉਂਦੀ ਹੈ। ਸਤਿਗੁਰੂ ਜੀ ਨੇ ਅਨੇਕਾਂ ਹੀ ਹੋਰ ਪੱਖ ਬੜੇ ਸਾਹਮਣੇ ਰੱਖੇ, ਜਿਹਨੂੰ ਦੁਨੀਆ ਦੇ ਧਰਮਾਂ ਦੇ ਹਿਸਾਬ ਦੇ ਨਾਲ, ਦੁਨੀਆ ਦੇ ਰੀਤੀ ਰਿਵਾਜ਼ਾਂ ਦੇ ਹਿਸਾਬ ਦੇ ਨਾਲ, ਕਿਸੇ ਹੋਰ ਤਰੀਕੇ ਦੇ ਨਾਲ ਨਿਭਾਇਆ ਜਾਂਦਾ ਸੀ, ਮੰਨਿਆ ਜਾਂਦਾ ਸੀ। ਪਰ ਸਤਿਗੁਰੂ ਜੀ ਨੇ ਇੱਕ ਸਹੀ ਮਾਰਗ, ਸੱਚਾ ਰਸਤਾ ਵਿਖਾਇਆ।
ਤੇ ਜਿੱਤੇ ਚੱਲ ਕੇ ਬੰਦਾ ਜੀਵਨ ਜਿਉਣਾ ਸਿੱਖ ਲੈਂਦਾ ਹੈ। ਅਨੇਕਾਂ ਸੋਚਾਂ ਵਿਚਾਰਾਂ ਸਤਿਗੁਰੂ ਜੀ ਨੇ ਵੇਖੀਆਂ ਵਿਚਾਰੀਆਂ, ਪਰ ਕਿਸੇ ਚੋਂ ਨਿਕਲਿਆ ਕੱਖ ਨਹੀਂ। ਬੜਾ ਕੁਛ ਦੁਨੀਆ ਦੇ ਵਿੱਚ ਚੱਲਦਾ ਰਿਹਾ। ਹੁਣ ਉਹਨਾਂ ਵਿਚਾਰਾਂ ਦੇ ਵਿੱਚੋਂ ਜਿਹੜੀ ਬੰਦੇ ਨੂੰ ਭਰਮਾਉਣ ਦੇ ਲਈ, ਬੰਦੇ ਨੂੰ ਠੱਗਣ ਦੇ ਲਈ, ਜਾਂ ਆਪਣੀ ਪੇਟ ਪੂਰਤੀ ਦੇ ਲਈ, ਆਪਣੀ ਵਾਸ਼ਨਾਵਾਂ ਪੂਰੀਆਂ ਕਰਨ ਦੇ ਲਈ ਧਰਮੀ ਆਗੂ ਨੇ ਬੜੇ ਝਮੇਲੇ ਖੜੇ ਕੀਤੇ। ਹਰੇਕ ਅੱਜ ਦੀ ਤੁਸੀਂ ਵੇਖ ਲਿਓ, ਬਹੁਤਿਆਂ ਦੀ ਆਸ ਇਹੀ ਹੁੰਦੀ ਹੈ ਵੀ ਮਰਨ ਤੋਂ ਬਾਅਦ ਸਾਨੂੰ ਮੁਕਤੀ ਮਿਲਣੀ ਚਾਹੀਦੀ ਹੈ, ਸਾਨੂੰ ਮੁਕਤੀ ਮਿਲੇ। ਵੀ ਕੰਮ ਹੁਣ ਇਹੋ ਜਿਹੇ ਕਰਾਂ ਵੀ ਮੇਰਾ ਅੱਗਾ ਸਵਰ ਜੇ, ਵੀ ਮੁਕਤੀ ਮਿਲੇ। ਇੱਕ ਗੱਲ ਸਮਝਿਓ, ਜਦੋਂ ਸਤਿਗੁਰ ਦੀ ਬਾਣੀ ਵਿਚਾਰਾਂਗੇ ਜਾਂ ਜਦੋਂ ਗੁਰਬਾਣੀ ਬੋਲਦੀ ਹੈ ਨਾ, ਤਾਂ ਗੁਰਦੇਵ ਜੀ ਨੇ ਇਹਨਾਂ ਗੱਲਾਂ ਨੂੰ ਮੂਲੋਂ ਹੀ ਰੱਦ ਕੀਤਾ ਹੈ। ਵੀ ਮਰਨ ਤੋਂ ਬਾਅਦ ਬੰਦੇ ਦਾ ਕਿਸੇ ਵੀ ਮੁਕਤੀ ਦੇ ਨਾਲ, ਕਿਸੇ ਸਵਰਗ ਦੇ ਨਾਲ, ਕਿਸੇ ਨਰਕ ਦੇ ਨਾਲ ਕੋਈ ਵੀ ਸੰਬੰਧ ਨਹੀਂ ਹੈ। ਮਰਨ ਤੋਂ ਬਾਅਦ ਨਾ ਕਿਸੇ ਨੂੰ ਪਤਾ ਹੈ ਵੀ ਬੰਦਾ ਮਰ ਕੇ ਜਾਂਦਾ ਕਿੱਥੇ ਹੈ, ਵੀ ਕਿਤੇ ਚਲਿਆ ਗਿਆ ਤੇ ਉਹਨੇ ਆ ਕੇ ਦੁਬਾਰੇ ਦੱਸਿਆ ਹੋਵੇ ਇੱਥੇ। ਕਿਉਂਕਿ ਕਈ ਵਾਰ ਸਵਾਲ ਇਵੇਂ ਦੇ ਪੁੱਛਦੇ ਨੇ ਵੀ ਜੀ ਮਰਨ ਤੋਂ ਬਾਅਦ ਬੰਦਾ ਕਿੱਥੇ ਜਾਂਦਾ ਹੈ, ਮਰਨ ਤੋਂ ਬਾਅਦ ਬੰਦਾ ਕਿੱਥੇ ਜਾਂਦਾ, ਵੀ ਤੁਸੀਂ ਗੁਰਬਾਣੀ ਪੜ੍ਹਦੇ ਹੋ, ਤੁਹਾਨੂੰ ਪਤਾ ਹੋਣਾ ਵੀ ਮਰਨ ਤੋਂ ਬਾਅਦ ਕਿੱਥੇ ਜਾਂਦਾ ਹੈ ਬੰਦਾ। ਮੇਰਾ ਇੱਕੋ ਜਵਾਬ ਹੁੰਦਾ ਵੀ ਹਜੇ ਤੱਕ ਮੈਂ ਮਰਿਆ ਨਹੀਂ, ਜਿਉਂਦਾ ਹੀ ਹਾਂ। ਵੀ ਮੈਂ ਜੇ ਮਰਿਆ ਹੋਵਾਂ ਤਾਂ ਮੈਂ ਦੱਸਦਾ ਵੀ ਮੁੜ ਕੇ ਆਇਆ ਮੈਂ ਉੱਥੋਂ, ਫਿਰ ਤਾਂ ਦੱਸਿਆ ਵੀ ਜਾਂਦਾ। ਵੀ ਜਿਹੜਾ ਹਜੇ ਤੱਕ ਮਰੇ ਨਹੀਂ ਉਹਨੂੰ ਕੀ ਪਤਾ ਹੈ ਵੀ ਮਰਨ ਤੋਂ ਬਾਅਦ ਬੰਦਾ ਕਿੱਥੇ ਜਾਂਦਾ, ਕੀ ਹੁੰਦਾ ਹੈ। ਮਨੋ ਕਾਲਪਨਿਕ ਗੱਲਾਂ ਨੇ ਜਿਹੜੀਆਂ ਸਾਡੇ ਵਿੱਚ ਭਾਈਆਂ, ਇਹੋ ਜਿਹੇ ਚਿੱਤਰ ਬਣਾ ਦਿੱਤੇ, ਫੋਟੋਆਂ ਬਣਾ ਦਿੱਤੀਆਂ। ਆਹ ਦੇਖੋ ਜੀ ਮਰਨ ਤੋਂ ਖੌਰੇ ਪਤਾ ਨਹੀਂ ਕਿਹੜਾ ਕੈਮਰਾਮੈਨ ਉੱਥੇ ਗਿਆ ਤੇ ਫੋਟੋਆਂ ਖਿੱਚ ਕੇ ਲੈ ਕੇ ਆਇਆ, ਸਮਝ ਨਹੀਂ ਆਈ। ਇਹ ਬੰਦੇ ਦੀ ਸੁਰਤ ਵਿੱਚੋਂ ਨਿਕਲੀਆਂ ਗੱਲਾਂ ਨੇ। ਕਾਹਦੇ ਲਈ? ਲੋਕਾਂ ਨੂੰ ਡਰਾ ਕੇ ਰੱਖਣ ਦੇ ਲਈ, ਵੀ ਇਹ ਬੰਦੇ ਨੇ ਨਾ ਜਿਹੜੇ, ਇਹ ਅੱਗੇ ਨਹੀਂ ਵਧਣੇ ਚਾਹੀਦੇ, ਇਹਨਾਂ ਨੂੰ ਡਰਾ ਕੇ ਰੱਖੋ। ਜੇ ਇਹਨਾਂ ਨੂੰ ਸਹੀ ਮੱਤ ਆ ਗਈ, ਇਹਨਾਂ ਨੂੰ ਤਾਂ ਜਿਉਣਾ ਆ ਜਾਣਾ, ਫਿਰ ਇਹਨਾਂ ਤੋਂ ਪਸ਼ੂਆਂ ਵਾਲੇ ਕੰਮ ਲੈਣੇ ਨੇ। ਇਸ ਕਰਕੇ ਇਹਨਾਂ ਨੂੰ ਡਰਾ ਕੇ ਰੱਖੋ, ਇਹਨਾਂ ਨੂੰ ਡਰਾ ਕੇ ਰੱਖੋ। ਇਹਨਾਂ ਤੋਂ ਖਾਣਾ ਵੀ ਹੈ, ਇਹਨਾਂ ਤੋਂ ਲੁੱਟਣਾ ਵੀ ਹੈ, ਇਹਨਾਂ ਨੂੰ ਡਰਾ ਕੇ ਰੱਖੋ। ਇਹਨਾਂ ਨੂੰ ਡਰ ਪਾ ਕੇ ਰੱਖੋ ਨਰਕਾਂ ਦਾ, ਸਵਰਗਾਂ ਦਾ। ਆਹ ਕੰਮ ਕਰ ਤੈਨੂੰ ਸਵਰਗ, ਤੇ ਆਹ ਕੰਮ ਕਰੇਗਾ ਤਾਂ ਨਰਕ ਮਿਲਣਗੇ। ਤੇ ਬੜੇ ਵਾਰ ਆਪਾਂ ਇਹ ਗੱਲਾਂ ਨੂੰ ਸਮਝਿਆ ਵੀ ਬੰਦੇ ਨੇ ਆਪਣਾ ਧਨ, ਆਪਣੀ ਭੂਮੀ, ਜਿੰਨਾ ਆਪਣਾ ਅਸਬਾਬ ਸੀ, ਸਾਰਾ ਕੁਝ ਦਾਨ ਕਰਕੇ ਖੁਦ ਵੀ ਮਰ ਗਿਆ ਵੀ ਮੈਨੂੰ ਮੁਕਤੀ ਮਿਲਣੀ ਚਾਹੀਦੀ ਹੈ, ਮੁਕਤੀ ਮਿਲੇ। ਦੂਸਰੀ ਬਾਤ ਸਤਿਗੁਰ ਦੀ ਪਾਵਨ ਗੁਰਬਾਣੀ ਵਿੱਚੋਂ ਸਮਝਿਓ, ਜਦੋਂ ਸਤਿਗੁਰੂ ਜੀ ਆਖਦੇ ਨੇ ਵੀ ਮੁਕਤੀ ਦਾ ਸੰਬੰਧ ਸਾਡੇ ਸਰੀਰ ਦੇ ਨਾਲ ਨਹੀਂ ਹੈ, ਮੁਕਤੀ ਦਾ ਸੰਬੰਧ ਸਾਡੇ ਮਨ ਦੇ ਨਾਲ ਆ, ਸਾਡੀ ਬਿਰਤੀ ਦੇ ਨਾਲ ਆ। ਮੁਕਤ ਸਾਡੇ ਖਿਆਲਾਂ ਨੇ ਹੋਣਾ ਹੁੰਦਾ ਹੈ, ਨਾ ਕਿ ਸਰੀਰ ਨੇ। ਮੁਕਤੀ ਦਾ ਸੰਬੰਧ ਸਾਡੀ ਸੁਰਤ ਦੇ ਨਾਲ ਹੁੰਦਾ ਹੈ। ਜੇ ਸਰੀਰ ਬੰਧਨਾਂ 'ਚ ਬੰਧਿਆ ਹੋਵੇ ਨਾ, ਤੇ ਜੇ ਕਿਸੇ ਦੀ ਸੁਰਤ ਆਜ਼ਾਦ ਹੈ, ਗੁਲਾਮੀ ਕਬੂਲਣ ਨੂੰ ਕਬੂਲ ਨਾ ਕਰੇ, ਤਿਆਰ ਹੀ ਨਾ ਹੋਵੇ ਕਬੂਲਣ ਨੂੰ, ਉਹ ਵੀ ਬੰਦਾ ਆਜ਼ਾਦ ਆ। ਕਿਸੇ ਦੀਆਂ ਆਜ਼ਾਦ ਸੋਚਾਂ ਕਦੇ ਵੀ ਕੈਦ ਨਹੀਂ ਕੀਤੀਆਂ ਜਾ ਸਕਦੀਆਂ। ਕਿਸੇ ਦਾ ਸਰੀਰ ਕੈਦ ਕਰਕੇ ਸੋਚਾਂ ਕਦੇ ਵੀ ਆਜ਼ਾਦ ਨਹੀਂ, ਤੁਸੀਂ ਉਹ ਕਰ ਨਹੀਂ ਸਕਦੇ ਕੈਦ ਵਿੱਚ। ਤੇ ਜੇ ਕਿਸੇ ਦੀ ਸੋਚ ਕੈਦ ਆ,
ਉਹ ਬੰਦਾ ਭਾਵੇਂ ਜਿੱਥੋਂ ਮਰਜ਼ੀ ਤੱਕ ਉਡਾਰੀਆਂ ਮਾਰੀ ਜਾਵੇ, ਪਰ ਉਹਦੀ ਸੁਰਤ ਉੱਥੇ ਟਿਕੀ ਰਹਿਣੀ ਹੈ, ਕੈਦ ਰਹਿਣੀ ਹੈ। ਸਰੀਰ ਨਾਲੋਂ ਮਾਨਸਿਕ ਗੁਲਾਮੀ ਬੜੀ ਭੈੜੀ ਹੁੰਦੀ ਹੈ। ਜਿਨ੍ਹਾਂ ਨੂੰ ਮਾਨਸਿਕ ਗੁਲਾਮੀ ਦਾ ਅਹਿਸਾਸ ਹੋ ਗਿਆ ਨਾ, ਉਹ ਕਦੇ ਵੀ ਕੁਛ ਵੀ ਨਹੀਂ ਕਰ ਸਕਦੇ। ਜਿਨ੍ਹਾਂ ਨੇ ਮਨ ਕਰਕੇ ਗੁਲਾਮੀ ਧਾਰਨ ਕਰ ਲਈ, ਅਤੇ ਇਹਦਾ ਸਤਿਗੁਰੂ ਦੀਆਂ ਬਾਤਾਂ ਨੇ, ਗੁਰੂ ਨਾਨਕ ਸਾਹਿਬ ਜੀ ਦੀ ਬੋਲਾਂ ਦਾ ਪ੍ਰਤਾਪ ਆ। ਹਾਲਾਂਕਿ ਬਹੁਤ ਕੁਛ ਕਰ ਲਿਆ, ਬੜੀਆਂ ਤਾਕਤਾਂ ਆ ਕੇ ਇੱਥੋਂ ਨਿਕਲ ਗਈਆਂ, ਬਹੁਤ ਆਏ, ਬੜੇ ਆਏ, ਜਿਨ੍ਹਾਂ ਦਾ ਡਟ ਕੇ ਮੁਕਾਬਲਾ ਹੋਇਆ, ਡਟ ਕੇ, ਜਿਨ੍ਹਾਂ ਬਾਰੇ ਤਾਂ ਕੋਈ ਸੁਪਨੇ 'ਚ ਵੀ ਨਹੀਂ ਸੋਚ ਸਕਦਾ ਸੀ ਵੀ ਇਹਨਾਂ ਦੇ ਸਾਹਮਣੇ ਵੀ ਕੋਈ ਖੜ ਸਕਦਾ ਹੈ। ਪਰ ਇਹ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਸੀ, ਗੁਰੂ ਨਾਨਕ ਸਾਹਿਬ ਜੀ ਦਾ ਪ੍ਰਤਾਪ ਸੀ ਵੀ ਜਿਨ੍ਹਾਂ ਲੋਕਾਂ ਨੇ ਸੁਣੀ, ਹਾਲਾਂਕਿ ਸਰੀਰਕ ਹਾਲਾਤ ਚੰਗੇ ਨਹੀਂ ਹੈਗੇ, ਸਰੀਰ ਕਰਕੇ ਭਾਵੇਂ ਇੱਥੇ ਹੀ ਰਹਿੰਦੇ ਨੇ, ਪਰ ਸੁਰਤਾਂ ਗੁਲਾਮ ਨਹੀਂ ਹੈਗੀਆਂ, ਡਟ ਜਾਂਦੇ ਨੇ। ਅਬਦਾਲੀਆਂ ਦੇ ਅੱਗੇ ਜਦੋਂ ਖੜ੍ਹਦੇ ਨੇ ਨਾ, ਭਾਜੜਾਂ ਪੈ ਜਾਂਦੀਆਂ ਨੇ ਅਗਲਿਆਂ ਨੂੰ। ਫਰਕਸ਼ੀਅਰ ਵਰਗੇ ਬਾਦਸ਼ਾਹ ਨੇ ਨਾ, ਜਿਹੜੇ ਉਹ ਪੁੱਛਦੇ ਨੇ ਵੀ ਲੋਕ ਕੌਣ ਨੇ, ਜਿਹੜੇ ਸਾਡੇ ਘੋੜਿਆਂ ਦੀਆਂ ਪੌੜਾਂ ਥੱਲੇ ਅੱਗਾਂ ਬਾਲ ਦਿੰਦੇ ਨੇ, ਅੱਗ ਮਚਾ ਕੇ ਰੱਖ ਦਿੰਦੇ ਨੇ, ਬੰਦੇ ਕੌਣ ਨੇ। ਹੁਣ ਇਹ ਗੱਲ ਵੇਖੋ ਵੀ ਸਰੀਰ ਚੰਗਾ ਨਹੀਂ ਹੈ, ਖਾਣ ਪੀਣ ਨੂੰ ਚੰਗਾ ਨਹੀਂ ਹੈ, ਪਰ ਸੁਰਤ ਗੁਲਾਮ ਨਹੀਂ ਹੈ। ਅਤੇ ਉਹੀ ਜੋਸ਼, ਉਹੀ ਸਪਿਰਟ ਅੱਜ ਵੀ ਕਿਤੇ ਨਾ ਕਿਤੇ ਸਾਡੇ ਪੰਜਾਬ ਦੀ ਨੌਜਵਾਨੀ ਦੇ ਵਿੱਚ ਕੰਮ ਜ਼ਰੂਰ ਕਰਦਾ ਹੈ, ਕਰਦਾ ਹੈ। ਬੜਾ ਕੁਝ ਹੋ ਗਿਆ। ਆਪਾਂ ਗੱਲ ਸ਼ੁਰੂ ਕੀਤੀ ਵੀ ਇੱਥੇ ਬੜੇ ਆ ਗਏ, ਵੱਡੇ ਤੋਂ ਵੱਡੇ ਆ ਗਏ, ਆਪਣੇ ਭੁਲੇਖੇ ਦੂਰ ਕਰਕੇ ਚਲੇ ਗਏ, ਆਪਣੇ ਭੁਲੇਖੇ। ਪਰ ਹੁਣ ਤਾਂ ਜ਼ੋਰ ਸਾਡੇ ਆਪਦਿਆਂ ਦਾ ਲੱਗਿਆ ਹੋਇਆ ਨੇ ਵੀ ਖੌਰੇ ਅਸੀਂ ਕਿਤੇ ਇੱਕੋ ਰੰਗ 'ਚ ਰੰਗ ਲੈਣੇ ਆ, ਇਹ ਅਸੀਂ ਕਿਤੇ ਜਿੱਤ ਲੈਣਾ ਹੈ। ਪਰ ਭੁਲੇਖਾ ਉਹ ਦੂਰ ਕਰ ਦੇਣਾ ਵੀ ਜਿੰਨਾ ਟਾਈਮ ਲੋਕ ਮਾਨਸਿਕ ਗੁਲਾਮੀ ਨਹੀਂ ਨਾ ਕਬੂਲ ਕਰਦੇ, ਸਰੀਰ ਨੂੰ ਜਿੰਨਾ ਮਰਜ਼ੀ ਜਕੜ ਕੇ ਰੱਖੋ, ਕਦੇ ਤੁਸੀਂ ਗੁਲਾਮ ਨਹੀਂ ਕਰ ਸਕਦੇ ਸਾਨੂੰ। ਸਾਡੇ ਸਰੀਰ ਫੜ ਲਵੋਗੇ, ਸਾਡੀਆਂ ਸੁਰਤਾਂ ਦਾ ਨਹੀਂ ਨਾ ਕੈਦ ਕਰ ਸਕਦੇ। ਆਜ਼ਾਦੀ ਸੁਰਤ ਕਰਕੇ ਹੁੰਦੀ ਹੈ। ਆਜ਼ਾਦ ਬੜਾ ਅੱਜ ਜ਼ੋਰ ਲੱਗਿਆ ਪਿਆ ਹੈ ਸਾਰੇ ਕਾਸੇ ਨੂੰ ਲੁੱਟਣ 'ਤੇ। ਤੁਹਾਨੂੰ ਪਤਾ ਹੀ ਹੈ ਗੌਰਮੈਂਟਾਂ ਕੀ ਕਰ ਰਹੀਆਂ ਨੇ, ਉਹਨਾਂ ਨੂੰ ਵੀ ਅਸੀਂ ਲੁੱਟ ਹੀ ਲੈਣਾ ਹੈ। ਪਰ ਇੱਥੋਂ ਦੀ ਨੌਜਵਾਨੀ ਦੀ ਜਿਹੜੀ ਮਾਨਸਿਕ ਦਸ਼ਾ ਹੈ, ਉਹਨੂੰ ਕਿਵੇਂ ਤੁਸੀਂ ਗੁਲਾਮ ਕਰੋਗੇ। ਅਤੇ ਵੇਖਿਆ ਹੀ ਹੋਣਾ, ਆਉਂਦੀਆਂ ਨੇ ਵੀਡੀਓ, ਬੜਾ ਪੰਜਾਬ ਯੂਨੀਵਰਸਿਟੀ ਦਾ ਰੌਲਾ ਚੱਲ ਰਿਹਾ, ਧੱਕਾ ਕਰਦੇ ਨੇ, ਅੱਤ ਦਰਜੇ ਦਾ ਧੱਕਾ। ਭੈਣਾਂ ਲੜ ਰਹੀਆਂ ਨੇ, ਪੜ੍ਹਨ ਵਾਲੀਆਂ, ਨੌਜਵਾਨ ਵੀਰ ਲੜ ਰਹੇ ਨੇ। ਹੁਣ ਉਹਨਾਂ ਨੂੰ ਕਿਤੇ ਗੁਲਾਮ ਕਰ ਲੈਣਗੇ। ਉਹ ਡਾਂਗਾਂ ਵੀ ਸਹਾ ਰਹੇ ਨੇ, ਬੜੇ ਫੱਟੜ ਵੀ ਹੋ ਰਹੇ ਨੇ। ਸੁਰਤ ਨਹੀਂ ਨਾ ਗੁਲਾਮ। ਸਰੀਰ 'ਤੇ ਤਾਂ ਤਸ਼ੱਦਦ ਹੋ ਰਿਹਾ, ਬੈਰੀਕੇਡ ਲਾ ਰਹੇ ਨੇ, ਰੋਕ ਰਹੇ ਨੇ, ਬੜਾ ਕੁਝ ਕਰ ਰਹੇ ਨੇ, ਮੁਲਾਜ਼ਮ ਕਰ ਰਹੇ ਨੇ, ਪਰ ਸੁਰਤਾਂ ਕਿਤੇ ਕੈਦ ਕਰ ਲੈਣਗੇ, ਕਦੇ ਵੀ ਨਹੀਂ ਹੋ ਸਕਦਾ। ਇਸ ਕਰਕੇ ਜਿੱਥੋਂ ਆਪਾਂ ਗੱਲ ਤੋਰੀ ਹੈ, ਸਮਝੀ ਹੈ ਵੀ ਸੁਰਤ ਦਾ ਆਜ਼ਾਦ ਹੋਣਾ ਬੜਾ ਲਾਜ਼ਮੀ ਹੈ। ਜੇ ਤੁਹਾਡੀ ਸੁਰਤ ਆਜ਼ਾਦ ਆ ਨਾ, ਤੁਸੀਂ ਆਜ਼ਾਦ ਹੋ ਅਤੇ ਆਪਣੇ ਸਰੀਰ ਨੂੰ ਵੀ ਆਜ਼ਾਦ ਕਰ ਸਕਦੇ ਹੋ। ਪਰ ਜੇ ਤੁਹਾਡੀ ਸੁਰਤ ਗੁਲਾਮ ਹੈ, ਸਰੀਰ ਜਿੰਨਾ ਮਰਜ਼ੀ ਆਜ਼ਾਦ ਤੁਰਿਆ ਫਿਰਦਾ ਰਹੇ, ਤੁਸੀਂ ਕਦੇ ਵੀ ਗੁਲਾਮੀ 'ਚੋਂ ਬਾਹਰ ਨਹੀਂ ਆ ਸਕਦੇ, ਕਦੇ ਵੀ, ਕਦੇ ਵੀ ਨਹੀਂ ਆ ਸਕਦੇ। ਸੁਰਤ ਦੇ ਵਿੱਚ ਬੈਠੀ ਹੋਈ ਗੱਲ ਡਿਪੈਂਡ ਕਰਦੀ ਹੁੰਦੀ ਬੰਦੇ ਨੇ ਕਰਨਾ ਕੀ ਹੈ। ਇਸ ਕਰਕੇ ਹਮੇਸ਼ਾ ਆਪਾਂ ਗੱਲ ਕਰੀਦੀ ਵੀ ਸੁਰਤ ਆਜ਼ਾਦ ਰੱਖੋ। ਇੱਥੇ ਆਪਾਂ ਤਾਂ ਗੱਲ ਸੈਂਟਰ ਗੌਰਮੈਂਟ ਦੀ ਸਮਝੀ ਹੈ ਨਾ, ਵੱਡੀਆਂ ਗੱਲਾਂ ਸਮਝੀਆਂ ਨੇ। ਸਾਡੀ ਸੁਰਤ ਇੰਨੀ ਕੁ ਗੁਲਾਮ ਹੋ ਜਾਂਦੀ ਹੈ ਵੀ ਨਿੱਕੀਆਂ ਨਿੱਕੀਆਂ ਗੱਲਾਂ ਤੋਂ ਹੀ ਅਸੀਂ ਡਰਨਾ ਸ਼ੁਰੂ ਕਰ ਦਿੰਦੇ ਹਾਂ। ਬੜੇ ਵਾਰ ਆਪਾਂ ਗੱਲ ਨੂੰ ਸਮਝ ਆਏ
ਵੀ ਬੰਦਾ ਕਦੇ ਬਿੱਲੀ ਤੋਂ ਡਰ ਗਿਆ, ਕਦੇ ਛਿੱਕ ਤੋਂ ਡਰ ਗਿਆ, ਕਦੇ ਦਰਖਤ ਤੋਂ ਡਰ ਗਿਆ, ਕਦੇ ਇੱਟਾਂ ਤੋਂ ਡਰ ਗਿਆ, ਕਦੇ ਪਾਣੀ ਤੋਂ ਡਰ ਗਿਆ, ਕਦੇ ਸਵਾਹ ਤੋਂ ਡਰ ਗਿਆ। ਸਵਾਹ ਦੀ ਚੁੰਡੀ ਹੁੰਦੀ ਹੈ, ਉਦੋਂ ਡਰ ਜਾਂਦਾ ਬੰਦਾ। ਤਾਂ ਕਿਸੇ ਤਵੀਤ ਤੋਂ ਡਰ ਗਿਆ, ਕਦੇ ਧਾਗੇ ਤੋਂ ਡਰ ਗਿਆ। ਇਹ ਮਾਨਸਿਕ ਗੁਲਾਮੀਆਂ ਨੇ। ਬੰਦਾ ਜਿੱਥੇ ਅੜਿਆ ਹੋਇਆ ਹੈ, ਕਿਸੇ ਕੋਲ ਫਸਿਆ ਹੋਇਆ ਹੈ, ਕਿਸੇ ਇੱਕ 'ਤੇ ਡਿਪੈਂਡ ਹੈ, ਉਹ ਤੋਂ ਡਰ ਲੱਗਦਾ ਹੈ। ਇਹਦੀ ਮਾਨਤਾ ਨਾ ਕੀਤੀ, ਇਹਨੂੰ ਨਾ ਪੂਜਿਆ, ਇਹਦਾ ਫਲਾਣਾ ਨਹੀਂ ਦਿੱਤਾ, ਇਹਦੀ ਭੇਟਾ ਨਹੀਂ ਚੜਾਈ, ਡਰ ਪਤਾ ਨਹੀਂ ਕੀ ਕੁਛ ਹੋ ਜਾਣਾ। ਇਹਨੂੰ ਕਹਿੰਦੇ ਨੇ ਮਾਨਸਿਕ ਗੁਲਾਮੀ। ਸਰੀਰ ਕਰਕੇ ਅਸੀਂ ਆਜ਼ਾਦ ਹੈ, ਪਰ ਗੁਲਾਮੀ ਹੈ। ਅਤੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਸਾਡੀਆਂ ਸੁਰਤਾਂ ਆਜ਼ਾਦ ਕੀਤੀਆਂ ਨੇ। ਫਿਰ ਕਿਤੇ ਜਾ ਕੇ ਆ ਜਿਹੜਾ ਦੇਸ਼ ਆ ਨਾ, ਖਿਆਲ ਜਦੋਂ ਗੁਰੂ ਨਾਨਕ ਸਾਹਿਬ ਦੇ ਉਪਜੇ, ਇਹ ਫਿਰ ਕਿਤੇ ਦੁਸ਼ਮਣਾਂ ਦੇ ਅੱਗੇ ਲੜਨ ਨੂੰ ਖੜਾ ਹੋਇਆ। ਨਹੀਂ ਤਾਂ ਪੱਲੇ ਨਹੀਂ ਸੀ ਇਹਨਾਂ ਦੇ ਕੁਛ। ਇਹਦਾ ਕਹਿੰਦੇ ਸੀ ਸਾਡਾ ਕੰਮ ਤਾਂ ਬਸ ਤੋਲਣ ਤੱਕੜੀ, ਅਸੀਂ ਕੀ ਕਰ ਸਕਦੇ ਹਾਂ, ਅਸੀਂ ਕਦੋਂ ਵੀ ਲੜ ਸਕਦੇ ਹਾਂ ਮੈਦਾਨਾਂ ਦੇ ਵਿੱਚ। ਦੁਕਾਨ 'ਤੇ ਬੈਠ ਕੇ ਸਾਡਾ ਤਾਂ ਕੰਮ ਆ, ਕੰਡਾ ਤੋਲ ਲਈਦਾ, ਸਾਨੂੰ ਇਹ ਆਉਂਦਾ। ਕਿਰਪਾਨਾਂ ਅਸੀਂ ਕਿੱਥੋਂ ਵਾਲਾਂਗੇ ਮੈਦਾਨੇ ਜੰਗ ਦੇ ਵਿੱਚ। ਪਰ ਮਾਨਸਿਕ ਦਸ਼ਾ ਬਾਬੇ ਨੇ ਬਦਲੀ, ਸੋਚਾਂ ਬਦਲੀਆਂ, ਉਡਾਰੀਆਂ ਭਰਾਈਆਂ ਵੱਡੀਆਂ। ਬਾਦਸ਼ਾਹਾਂ ਦੀਆਂ ਜ਼ਿੰਦਗੀਆਂ ਜਿਉਣ ਦੇ ਲਈ ਤਿਆਰ ਕੀਤਾ ਵੀ ਤੁਸੀਂ ਬਾਦਸ਼ਾਹ ਵੀ ਬਣ ਸਕਦੇ ਹੋ। ਹੁਣ ਬੋਲਦੇ ਅਸੀਂ ਰੋਜ਼ ਆ ਵੀ ਰਾਜ ਕਰੇਗਾ ਖਾਲਸਾ, ਵੀ ਖਾਲਸੇ ਨੇ ਰਾਜ ਕਿੱਥੇ ਕਰਨਾ, ਤੇਰਾ ਤਾਂ ਆਪਣੇ ਆਪ 'ਤੇ ਰਾਜ ਹੈ ਨਹੀਂ। ਕਿਸੇ ਬਾਬੇ ਦੇ ਕਹਿਣ ਦੇ ਮੁਤਾਬਕ ਤਾਂ ਚੱਲਦਾ ਤੂੰ ਹੈ, ਜਿਵੇਂ ਬਾਬੇ ਨੇ ਕਹਿੰਦਾ ਕਰਦਾ ਉਹ ਕੁਛ ਹੈ ਘਰ ਦੇ ਵਿੱਚ। ਅਤੇ ਖਾਲਸਾ ਰਾਜ ਹੁਣ ਜੰਗਲਾਂ 'ਚ ਕਰੇ ਜਾ ਕੇ, ਕਿਤੇ ਰਾਜ ਕਰਨਾ। ਕਰਦਾ ਤਾਂ ਤੂੰ ਆਪਣੇ ਆਪ ਦੇ ਨਹੀਂ। ਬੜਾ ਕੁਛ ਹੈ। ਅਤੇ ਤੁਸੀਂ ਸਵੇਰੇ ਦੇਖਦੇ ਹੋ ਬੜੇ ਲੋਕ ਸੁਣਦੇ ਨੇ, ਗੁਰਸਿੱਖ ਵੀ ਬੜੇ ਨੇ ਜਿਹੜੇ ਆਪਣੇ ਆਪ ਨੂੰ ਸਵੇਰੇ ਲਾ ਲੈਂਦੇ ਨੇ, ਬੈਠੇ ਹੁੰਦੇ ਨੇ ਟੈਲੀਵਿਜ਼ਨ ਵਾਲੇ ਬਹੁਤ ਨੇ। ਅੱਜ ਤੁਹਾਡੇ ਲਈ ਦਿਨ ਆ ਹੈ, ਅੱਜ ਆਹ ਖਾਣਾ ਹੈ, ਅੱਜ ਆਹ ਦਾਨ ਪੁੰਨ ਕਰ ਦਿਓ, ਅੱਜ ਇਹੋ ਜਿਹੇ ਕੱਪੜੇ ਨਹੀਂ ਪਾਉਣੇ, ਫਲਾਣਾ ਨਹੀਂ ਕਰਨਾ, ਜਿਉਂ ਨਹੀਂ ਕਰਨਾ। ਬਸ ਉਵੇਂ ਠੀਕ ਹੈ ਜੀ, ਅੱਜ ਦਾ ਦਿਨ ਇਹ ਹੈ। ਇਹੋ ਜਿਹੇ ਬੰਦੇ ਵੀ ਮੈਂ ਵੇਖੇ ਜਿਹੜੇ ਕਹਿੰਦੇ ਜੀ 2 ਦਿਨ ਹੋ ਗਏ ਮੈਥੋਂ ਸੁਣਿਆ ਨਹੀਂ ਗਿਆ, ਦਿਨ ਹੀ ਮੇਰਾ ਤਾਂ ਬਹੁਤ ਖਰਾਬ ਲੰਘ ਰਿਹਾ, ਸੁਣਿਆ ਨਹੀਂ ਗਿਆ। ਅੱਜ ਦੀ ਫਲਾਣੀ ਰਾਸ਼ੀ ਆ, ਇਹੋ ਜਿਹੀ ਰਾਸ਼ੀ ਵਾਲਿਆਂ ਨੂੰ ਇੰਨੇ ਵਜੇ ਤੱਕ ਘਰੇ ਰਹਿਣਾ ਚਾਹੀਦਾ, ਬਾਹਰ ਨਹੀਂ ਨਿਕਲਣਾ ਚਾਹੀਦਾ, ਆਹ ਮਾੜਾ ਹੋ ਸਕਦਾ, ਜਿਉਂ ਹੋ ਸਕਦਾ। ਡਰਾ ਕੇ ਰੱਖਿਆ ਪਿਆ ਬਸ, ਬਹੁਤ ਕੁਝ। ਇਹਨੂੰ ਗੁਲਾਮੀ ਕਹਿੰਦੇ ਨੇ। ਇਹ ਹੈ ਗੁਲਾਮੀ ਅਸਲ। ਕਿੱਥੋਂ ਆਜ਼ਾਦ ਹੋ ਜਾਣਾ ਅਸੀਂ? ਸਾਡੀ ਸੁਰਤ ਤਾਂ ਨਿਕਲਦੀ ਨਹੀਂ। ਇੱਥੇ ਗੱਲ ਚੱਲਦੀ ਹੈ ਸਾਡੀ ਸੁਰਤ ਦੀ ਆਜ਼ਾਦੀ ਦੀ। ਸੁਰਤ ਆਜ਼ਾਦ ਹੋਣੀ ਲਾਜ਼ਮੀ ਹੈ। ਮਰਨ ਤੋਂ ਬਾਅਦ ਤਾਂ ਸਰੀਰ ਸੁਆਹ ਹੋ ਜਾਂਦਾ, ਫਿਰ ਕਿਹਨੇ ਵੇਖਿਆ? ਆਜ਼ਾਦ ਹੋਣਾ ਤਾਂ ਇੱਥੇ ਹੋ ਕੇ ਦਿਖਾ। ਸਤਿਗੁਰੂ ਨੇ ਸਾਨੂੰ ਜਿਉਂਦਿਆਂ ਆਜ਼ਾਦ ਰਹਿਣਾ ਸਿੱਖਿਆ, ਖੁਦ ਮੁਖਤਿਆਰ ਬਣਾਇਆ। ਕਿਸੇ ਦਾ ਡਰ ਥੋੜ੍ਹੀ ਹੈ, ਡਰ ਥੋੜ੍ਹੀ ਹੈ ਸਾਨੂੰ ਕਿਸੇ ਦਾ। ਖੁਦ ਮੁਖਤਿਆਰ ਰਹਿਣਾ ਸਿਖਾਇਆ। ਅਤੇ ਸਾਡੀ ਖੁਦ ਮੁਖਤਿਆਰੀ ਹੀ ਸਾਨੂੰ ਬਾਦਸ਼ਾਹ ਬਣਾਉਂਦੀ ਹੈ, ਬਾਦਸ਼ਾਹ ਬਣਾਉਂਦੀ ਹੈ। ਹਾਲਾਂਕਿ ਸਾਰੇ ਪਾਸੇ ਬਹੁਤ ਘੱਟ ਗਿਣਤੀ ਹੈ। ਖਤਮ ਹੋ ਗਏ, ਕਹਿੰਦੇ ਜੀ ਸਿੱਖ ਤਾਂ ਅਸੀਂ ਖਤਮ ਕਰ ਦਿੱਤੇ। ਪਰ 2 ਸਿੱਖਾਂ ਨੇ ਜਦੋਂ ਗੱਲ ਸੁਣੀ, ਕਹਿੰਦੇ ਵੀ ਸਿੱਖ ਖਤਮ ਹੋ ਗਏ, ਗੁਰੂ ਤਾਂ ਸਾਨੂੰ ਬਾਦਸ਼ਾਹੀਆਂ ਬਖਸ਼ ਕੇ ਗਿਆ ਹੈ। ਐਂ ਕਿਵੇਂ? ਬਿਰਤੀ ਨੇ ਨਾ ਗੁਲਾਮੀ ਕਬੂਲ ਕੀਤੀ। ਬਿਰਤੀ ਨੇ ਥੋੜ੍ਹੀ ਕਿਹਾ ਵੀ, ਸੁਰਤ ਨੇ ਥੋੜ੍ਹੀ ਕਿਹਾ ਵੀ ਅਸੀਂ ਖਤਮ ਹੋ ਗਏ। ਬੋਤਾ ਸਿੰਘ, ਗਰਜਾ ਸਿੰਘ 2 ਜਣੇ ਨੇ ਨੂਰਦੀਨ ਦੀ ਸ਼ਰਾਂ ਕੋਲ, ਅਤੇ ਉਹਨਾਂ ਨੇ ਗੱਡੇ ਰੋਕਣੇ ਸ਼ੁਰੂ ਕਰ ਦਿੱਤੇ। ਕਹਿੰਦੇ ਜਾ ਕੇ ਕਹਿ ਦਿਓ ਖਾਨ ਬਹਾਦਰ ਨੂੰ ਵੀ ਖਾਲਸਿਆਂ ਦਾ ਰਾਜ ਕਾਇਮ ਹੋ ਗਿਆ। ਹੈ 2 ਜਣੇ ਨੇ। ਕਹਿੰਦੇ ਕਹਿ ਦਿਓ ਜਾ ਕੇ ਵੀ ਖਾਲਸਿਆਂ ਦਾ ਰਾਜ ਕਾਇਮ ਹੋ ਗਿਆ। ਖਾਲਸਿਆਂ ਦਾ ਰਾਜ ਆ, ਖਾਲਸਿਆਂ ਦਾ ਰਾਜ ਹੈ। ਡਰ ਥੋੜ੍ਹੀ ਹੈ ਸਾਨੂੰ ਕਿਸੇ ਤੋਂ। ਸੱਚ ਬੋਲਣ ਤੋਂ ਨਹੀਂ ਡਰਦੇ ਹੁੰਦੇ। ਕਿਸੇ ਦੇ ਨਾਲ ਲੜਨ ਲੱਗਿਆਂ ਡਰ ਨਹੀਂ ਹੁੰਦਾ। ਤਿਆਰੀ ਹੋਣੀ ਲਾਜ਼ਮੀ ਹੈ, ਜ਼ਰੂਰੀ ਨੇ ਇਹ ਗੱਲਾਂ। ਇਹ ਗੁਰੂ ਦੀਆਂ ਵਡਿਆਈਆਂ ਨੇ, ਗੁਰੂ ਦੀਆਂ ਬਖਸ਼ਿਸ਼ਾਂ ਨੇ। ਅਤੇ ਬਾਬਾ ਬੋਤਾ ਸਿੰਘ, ਗਰਜਾ ਸਿੰਘ ਲੜਦੇ ਲੜਦੇ ਸ਼ਹੀਦ ਹੋ ਸਕਦੇ ਨੇ। ਇਹਨਾਂ ਨੂੰ ਇਹ ਥੋੜ੍ਹੀ ਕਹਿ ਸਕਦੇ ਵੀ ਮਾਰਤਾ ਜ਼ੁਲਮਾਂ ਨੇ, ਜਿੱਤ ਕੇ ਗਏ ਨੇ। ਸੁਰਤ ਤਾਂ ਨਹੀਂ ਨਾ ਕਦੇ ਫੜ ਸਕੇ ਉਹਨਾਂ ਦੀ, ਗੁਲਾਮ ਕਰ ਸਕੇ ਕਿਤੇ। ਜਦੋਂ ਸਰੀਰ ਦੇ ਪੱਖ ਤੋਂ ਤੁਸੀਂ ਵੇਖੋਗੇ ਨਾ, ਫਿਰ ਤਾਂ ਜ਼ਾਲਮ ਸਰਕਾਰਾਂ ਨੇ ਜਿੱਤਣਾ ਹੈ ਵੀ ਸਾਰੇ ਖਤਮ ਕਰ ਦਿੱਤੇ ਸੀ। ਪਰ ਜਦੋਂ ਬਿਰਤੀ ਵੇਖੋਗੇ ਨਾ, ਫਿਰ ਐਂ ਲੱਗਣਾ ਹੈ ਵੀ ਇੱਥੇ 7 ਤੇ 9 ਸਾਲ ਦੇ ਬੱਚੇ ਵੀ ਜਿੱਤ ਕੇ ਗਏ ਨੇ, ਕੋਈ ਇਹਨਾਂ ਨੂੰ ਜਿੱਤ ਨਹੀਂ ਸਕਿਆ।
ਜੇ ਤਾਂ ਇਮਾਨਦਾਰੀ ਦੇ ਨਾਲ ਅਸੀਂ ਗੱਲਾਂ ਗੁਰਬਾਣੀ ਦੀਆਂ ਸਮਝਾਂਗੇ, ਇਤਿਹਾਸ ਦੀਆਂ, ਤਾਂ ਗੱਲ ਸਮਝ 'ਚ ਆਵੇਗੀ। ਅਤੇ ਜੇ ਕਿਤੇ ਅਸੀਂ ਇਸ਼ਾਰੇ 'ਤੇ ਇਹਦੇ ਰਹੇ ਵੀ ਗੱਲ ਹੀ ਫੜਨੀ ਆ, ਵੀ ਜਿਹੜੀ ਕਹਿਤੀ ਬਸ ਆਪਾਂ ਨੋਟ ਹੀ ਕਰ ਲੈਣੀ ਵੀ ਆਹ ਗਲਤ ਬੋਲਤਾ, ਫਿਰ ਕਦੇ ਵੀ ਨਹੀਂ ਹੋ ਸਕਦਾ ਹੁੰਦਾ, ਕਦੇ ਪਾਰ ਉਤਾਰਾ ਨਹੀਂ ਸਕਦਾ। ਬੈਠ ਕੇ ਇਮਾਨਦਾਰੀ ਦੇ ਨਾਲ ਸੁਣਾਂਗੇ ਤਾਂ ਸਮਝ ਲੱਗਣੀ ਹੈ। ਹੁਣ ਗੱਲ ਆਪਾਂ ਕਰ ਰਹੇ ਸਾਂ ਵੀ ਸਰੀਰ ਦੀ ਜਿਹੜੀ ਆਜ਼ਾਦੀ ਹੈ ਨਾ, ਉਹ ਮਾਇਨੇ ਨਹੀਂ ਰੱਖਦੀ ਹੁੰਦੀ ਜੇ ਮਨ ਸਾਡਾ ਆਜ਼ਾਦ ਆ, ਮੁਕਤ ਆ। ਅਤੇ ਸਾਡੇ ਵਿੱਚ ਇਹ ਵਿਚਾਰਧਾਰਾ ਚਲਾ ਦਿੱਤੀ ਵੀ ਬੰਦੇ ਨੇ ਮਰਨ ਤੋਂ ਬਾਅਦ ਮੁਕਤ ਹੋਣਾ, ਮਰਨ ਤੋਂ ਬਾਅਦ ਦੀਆਂ ਮੁਕਤੀਆਂ ਨਹੀਂ। ਅਤੇ ਅਸੀਂ ਵੀ ਸਾਡੇ ਵੀ ਚੱਲ ਪਿਆ ਰਿਵਾਜ, ਹਾਲਾਂਕਿ ਆਇਆ ਉੱਧਰੋਂ ਹੀ ਆ। ਅਗਲੇ ਆਪਣੇ ਬਜ਼ੁਰਗ ਹੈ ਜੀ, ਉਹ ਚੜ੍ਹਾਈ ਕਰਕੇ ਉਹਨਾਂ ਦੀ ਮੁਕਤੀ ਦੇ ਲਈ ਅਰਦਾਸ, ਉਹਨਾਂ ਦੀ ਮੁਕਤੀ ਦੇ ਲਈ ਬੜਾ ਕੁਛ ਕਰਦੇ ਨੇ, ਵੀ ਮੁਕਤੀ ਲਈ ਹਵਨ ਕਰਾ ਲਿਆ, ਜੱਗ ਕਰਾ ਲਿਆ, ਬਹੁਤ ਦਾਨ ਪੁੰਨ ਕਰਦੇ ਰਹੇ। ਅਤੇ ਉਹੀ ਸੋਚ ਸਾਡੇ ਵਿੱਚ ਚੱਲ ਪਈ। ਹਾਲਾਂਕਿ ਜਦੋਂ ਅਸੀਂ ਗੁਰਬਾਣੀ ਦਾ ਸਹਾਰਾ ਲੈਂਦੇ ਹਾਂ ਨਾ, ਵੀ ਜਦੋਂ ਕੋਈ ਪੁਰਾਣੀ ਚੜ੍ਹਾਈ ਕਰਦਾ ਗੁਰਬਾਣੀ ਦਾ ਸਹਾਰਾ ਲੈਂਦੇ ਹਾਂ, ਉਹ ਪਤਾ ਕਾਹਦੇ ਲਈ ਹੁੰਦਾ? ਸਾਡੇ ਲਈ ਹੁੰਦਾ ਹੈ, ਸਾਡੇ ਜਿਉਂਦਿਆਂ ਲਈ। ਵੀ ਪੁਰਾਣੀ ਚੜ੍ਹਾਈ ਕੀਤਾ, ਕਿਸੇ ਦਾ ਪਿਤਾ ਗਿਆ ਹੈ, ਕਿਸੇ ਦੀ ਮਾਂ ਗਈ ਹੈ, ਕਿਸੇ ਦਾ ਭਰਾ ਗਿਆ ਹੈ, ਕਿਸੇ ਦੀ ਭੈਣ ਗਈ ਹੈ, ਪਰਿਵਾਰ ਦੇ ਵਿੱਚੋਂ ਪੁਰਾਣੀ ਚੜ੍ਹਾਈ ਕਰ ਗਿਆ। ਗੁਰੂ ਦਾ ਓਟ ਆਸਰਾ ਲਿਆ ਜਾਂਦਾ। ਸਤਿਗੁਰੂ ਜਿੰਨਾ ਟਾਈਮ ਭੋਗ ਨਹੀਂ ਪੈਂਦਾ, ਸਾਨੂੰ ਆਪਣਾ ਪਿਆਰ ਬਖਸ਼, ਸਾਨੂੰ ਆਪਣਾ ਸਤਿਕਾਰ ਦੇ, ਚਰਨ ਕਮਲਾਂ ਦਾ ਪਿਆਰ, ਸਾਨੂੰ ਭਾਣਾ ਮੰਨਣ ਦਾ ਬਲ ਬਖਸ਼ੀ ਰੱਖ। ਵੀ ਜਦੋਂ ਗੁਰੂ ਨੇੜੇ ਫਿਰ ਡਰ ਜਾ ਨਹੀਂ ਰਹਿੰਦਾ। ਇੱਦਾਂ ਸਾਨੂੰ ਪਤਾ ਵੀ ਜਦੋਂ ਪੁਰਾਣੀ ਚੜ੍ਹਾਈ ਕਰਦਾ ਮਨ ਹੌਲਾ ਹੁੰਦਾ ਹੈ, ਵਿਛੋੜਾ ਪੈਦਾ ਹੁੰਦਾ ਹੈ, ਦੁੱਖ ਪੈਦਾ ਕਰਦਾ ਹੈ। ਉਹਦਾ ਮਤਲਬ ਇਹ ਹੁੰਦਾ ਵੀ ਪਲਕ ਘੜੀ ਇਹ ਬੈਠ ਜਾਣ ਰਲ ਕੇ, ਸਵੇਰੇ ਸ਼ਾਮ ਪਾਠ ਹੋਵੇ, ਬੈਠਣ ਇਹ ਰਲ ਕੇ, ਇਹਨਾਂ ਦਾ ਮਨ ਸ਼ਾਂਤ ਹੋਵੇ। ਉਹ ਵਿਛੜੇ ਪ੍ਰਾਣੀ ਦਾ, ਵਿਛੋੜੇ ਦਾ ਦੁੱਖ ਇਹਨਾਂ ਨੂੰ ਤੰਗ ਨਾ ਕਰੇ। ਮਤਲਬ ਇਹ ਹੁੰਦਾ ਜਿਉਂਦਿਆਂ ਨੂੰ ਸਹਾਰਾ ਦੇਣ ਦੇ ਲਈ ਬਾਣੀ ਹੈ। ਸਾਡੀਆਂ ਅਰਦਾਸਾਂ ਇਹ ਹੋ ਜਾਂਦੀਆਂ ਨੇ ਵੀ ਜਿਹੜਾ ਬਾਣੀ ਦਾ ਭਾਵ ਆ ਉਹ ਮਰੇ ਦੇ ਨਾਲ ਹੀ ਜਾਵੇ, ਕਦੇ ਵੀ ਨਹੀਂ ਹੁੰਦਾ ਇਹ ਗੱਲਾਂ ਨਹੀਂ ਹੈ। ਜਿਉਂਦਿਆਂ ਦੇ ਲਈ ਬਾਣੀ ਹੈ, ਜਿਉਂਦੇ ਨੂੰ ਭਾਣਾ ਮੰਨਣ ਦਾ ਬਲ ਬਖਸ਼ ਹੁੰਦਾ ਹੈ। ਉਹ ਤੁਸੀਂ ਆਪ ਵੇਖਿਆ ਹੋਣਾ ਵੀ ਜਦੋਂ ਆਪਾਂ ਪ੍ਰਾਣੀ ਦਾ ਅੰਤਮ ਸੰਸਕਾਰ ਕਰਦੇ ਹਾਂ, ਵੀ ਉੱਥੇ ਜਦੋਂ ਸੋਹਿਲਾ ਸਾਹਿਬ ਦਾ ਪਾਠ ਕੀਤਾ ਜਾਂਦਾ ਹੈ, ਵੀ ਸੋਹਿਲਾ ਸਾਹਿਬ ਦਾ ਪਾਠ ਉਹਨੂੰ ਮਰੇ ਲਈ ਥੋੜ੍ਹੀ ਹੈ, ਵੀ ਜਿਹੜਾ ਬੰਦਾ ਚੜ੍ਹਾਈ ਕਰ ਗਿਆ ਵੀ ਪਾਠ ਉਹਦੇ ਲਈ ਹੋ ਰਿਹਾ, ਨਹੀਂ। ਜਿਹੜੇ ਉੱਥੇ ਬੈਠੇ ਨੇ ਵੀ ਰੌਲਾ ਨਾ ਪਾਉਣ, ਤਰਵਾਸ ਵੇਲੇ ਉਹਨਾਂ ਨੂੰ ਪਾਠ ਉਹਨਾਂ ਦੇ ਲਈ, ਸੰਗਤ ਨੇ ਸੁਣਨਾ ਹੁੰਦਾ, ਮਰੇ ਦੇ ਲਈ ਨਹੀਂ ਹੁੰਦਾ, ਖਤਮ ਹੋਏ ਦੇ ਲਈ ਨਹੀਂ ਹੁੰਦਾ ਪਾਠ। ਸੰਗਤ ਬੈਠੇ ਪਾਠ ਉਹਦੇ ਲਈ ਹੈ। ਤੁਸੀਂ ਆਪ ਦੱਸੋ, ਪੁਰਾਣੀਆਂ ਬਜ਼ੁਰਗ ਜਿਹੜੀਆਂ ਮਤਲਬ ਉਹਨਾਂ ਨੂੰ ਪਤਾ ਵੀ ਜਦੋਂ ਵਿਆਹ ਸ਼ਾਦੀਆਂ 'ਚ ਕਹਿੰਦੇ ਸੀ ਵੀ ਸੋਹਲੇ ਗਾਓ, ਸੋਹਲੇ ਦਾ ਮਤਲਬ ਹੁੰਦਾ ਖੁਸ਼ੀ ਦਾ ਗੀਤ। ਗੁਰਬਾਣੀ ਦੇ ਵਿੱਚ ਇਹਦਾ ਨਾਂ ਵੀ ਸੋਹਲਾ ਰੱਖਿਆ ਵੀ ਹੁਣ ਜੇ ਪ੍ਰਾਣੀ ਉੱਧਰੋਂ ਚੜ੍ਹਾਈ ਕਰੇ ਅਤੇ ਅਸੀਂ ਗਾ ਰਹੇ ਹਾਂ ਸੋਹਲੇ। ਸੋਹਲੇ ਦਾ ਮਤਲਬ ਹੈ ਖੁਸ਼ੀ ਦਾ ਗੀਤ। ਵੀ ਤਾਂ ਗਲਤ ਹੋ ਗਿਆ ਵੀ ਪ੍ਰਾਣੀ ਦੀ ਚੜ੍ਹਾਈ 'ਤੇ ਅਸੀਂ ਖੁਸ਼ੀ ਦੇ ਗੀਤ ਗਾਈ, ਨਹੀਂ, ਇਵੇਂ ਨਹੀਂ ਹੈ। ਇਹ ਸੰਗਤ ਨੂੰ ਧਰਵਾਸ ਦੇਣ ਦੇ ਲਈ ਜਿੰਨੇ ਉੱਥੇ ਬੈਠੇ ਨੇ ਵੀ ਪ੍ਰਾਣੀ ਦਾ ਅੰਗੀਠੇ ਨੂੰ ਅਗਨ ਭੇਟ ਕੀਤਾ ਗਿਆ ਹੈ। ਸੰਗਤਾਂ ਨੇ ਜਿਹੜੀਆਂ ਭਾਣਾ ਮੰਨਣ ਗੁਰੂ ਦਾ, ਉਹਦਾ ਚਰਨ ਕਮਲਾਂ ਦੇ ਨਾਲ ਜੁੜਨ, ਬਾਣੀ ਪੜ੍ਹਨ, ਮਤਲਬ ਇਹ ਹੈ ਉਹਦਾ। ਇਹ ਹੁੰਦਾ ਹੈ ਮਤਲਬ ਜਿਉਂਦਿਆਂ ਦੇ ਲਈ ਗੁਰਬਾਣੀ ਦਾ ਸੰਬੰਧ ਹੈ। ਅਤੇ ਗੁਰਬਾਣੀ ਸਾਨੂੰ ਜਿਉਂਦਿਆਂ ਨੂੰ ਮੁਕਤ ਕਰਦੀ ਹੈ, ਮੁਕਤ, ਅਤੇ ਮੁਕਤ ਸਾਡੀਆਂ ਬਿਰਤੀਆਂ ਨੇ ਹੋਣਾ। ਅਤੇ ਅੱਜ ਦਾ ਕਬੀਰ ਸਾਹਿਬ ਜੀ ਦਾ ਸਲੋਕ ਆ ਨਾ, ਹੁਣ ਸਮਝ ਆਉਣਾ ਸਾਨੂੰ। ਕਬੀਰ ਸਾਹਿਬ ਜੀ ਆਖਦੇ ਨੇ, ਕਹਿੰਦੇ ਕਬੀਰ ਮੁਕਤ ਦੁਆਰਾ ਸੰਕੜਾ। ਸੰਕੜਾ ਦਾ ਮਤਲਬ ਹੁੰਦਾ ਸੁੰਗੜਿਆ ਹੋਇਆ। ਮੁਕਤ ਦੁਆਰਾ, ਮੁਕਤੀ ਦਾ ਦੁਆਰ ਬੜਾ ਸੁੰਗੜਿਆ ਹੋਇਆ ਹੈ। ਰਾਈ ਦਸਵੇਂ ਭਾਏ, ਕਹਿੰਦੇ ਰਾਈ ਦੇ ਦਾਣੇ ਤੋਂ ਵੀ 10ਵਾਂ ਹਿੱਸਾ ਹੈ। ਰਾਈ ਦਾ ਦਾਣਾ ਬੜਾ ਬਰੀਕ ਹੁੰਦਾ ਹੈ। ਰਾਈ ਦਾ ਦਾਣਾ, ਉਹਦਾ ਵੀ ਕਹਿੰਦੇ 10ਵਾਂ ਹਿੱਸਾ ਲਾਓ। ਮੁਕਤੀ ਦਾ ਦੁਆਰਾ ਇਹੋ ਜਿਹਾ ਹੈ, ਮੁਕਤੀ ਦਾ ਦੁਆਰ। ਕਹਿੰਦੇ ਕਬੀਰ ਮੁਕਤ ਦੁਆਰਾ ਸੰਕੜਾ ਰਾਈ ਦਸਵੇਂ ਭਾਏ। ਉਹ ਬੜਾ ਬਰੀਕ ਆ, ਪਰ ਕਹਿੰਦੇ ਮੈਂ ਮੁਕਤ ਹੋਣਾ ਹੈ। ਪਰ ਦਿੱਕਤ ਕਿੱਥੇ ਆ ਰਹੀ ਹੈ?
ਕਹਿੰਦੇ ਮਨ ਤੋਂ ਮੈਗਲ ਹੋਏ ਰਹਾ ਨਿਕਸਿਆ ਕਿਉਂ ਕਰ ਕਹਿੰਦੇ ਮਨ ਤਾਂ ਹਾਥੀ ਬਣਿਆ ਬੈਠਾ ਹੈ, ਮੁਕਤ ਕਿੱਥੋਂ ਹੋ ਜਾਵੇ। ਰਾਈ ਦਸਵੇਂ ਪਾਏ ਦਾ ਮਤਲਬ ਹੈ ਨਾ ਵੀ ਮੁਕਤੀ ਦਾ ਦੁਆਰਾ ਜਿਹੜਾ ਬੜਾ ਬਰੀਕ ਆ, ਬੜਾ ਛੋਟਾ ਹੈ, ਉਸ ਰਸਤੇ ਤੁਰਨ ਦੇ ਲਈ ਮੇਰਾ ਮਨ ਤਾਂ ਮੈਗਲ ਹੋਇਆ ਪਿਆ ਹੈ, ਹਾਥੀ ਬਣਿਆ ਪਿਆ ਹੈ, ਭਾਵ ਹੰਕਾਰੀ ਹੋਇਆ ਪਿਆ, ਉੱਚਾ ਬੜਾ ਹੋਇਆ ਪਿਆ, ਵੱਡਾ ਹੋਇਆ ਪਿਆ, ਤਾਂ ਫੈਲਿਆ ਹੀ ਪਿਆ। ਪਰ ਸਾਡਾ ਮਨ ਹਉਮੈ ਦੇ ਨਾਲ ਮਸਤ ਹਾਥੀ ਵਰਗਾ ਹੋਇਆ ਪਿਆ, ਹੰਕਾਰ ਹੀ ਚੜਿਆ ਪਿਆ। ਮੁਕਤ ਕਿੱਥੋਂ ਹੋ ਜਾਣਾ, ਮੁਕਤ ਹੋ ਜਾਣਾ ਕਿਤੇ ਤੋਂ। ਈਰਖਾ ਤੇਰੇ ਦਿਮਾਗ 'ਚ, ਕਾਮ ਕ੍ਰੋਧ ਹੰਕਾਰ ਤੇਰੇ ਦਿਮਾਗ 'ਚ, ਕਿਸੇ ਪ੍ਰਤੀ ਈਰਖਾ ਸਾੜਾ ਤੇਰੇ ਦਿਮਾਗ 'ਚ, ਹਰ ਪਲ ਧਨ ਇਕੱਠਾ ਕਰਨ ਦਾ ਖਿਆਲ ਤੇਰੇ ਦਿਮਾਗ 'ਚ, ਵਿਕਾਰਾਂ ਦੇ ਨਾਲ ਮਨ ਭਰਿਆ ਪਿਆ ਹੈ, ਹੰਕਾਰ ਦਾ ਸਿਰ ਉੱਚਾ ਹੀ ਹੋ ਹੀ ਜਾਂਦਾ ਹੈ। ਮੁਕਤੀ ਕਿੱਥੋਂ ਮਿਲ ਜਾਣੀ ਹੈ ਤੈਨੂੰ। ਮੁਕਤੀ ਦੇ ਲਈ ਭਲਿਆ ਨਿਮਰਤਾ ਲਿਆਉਣੀ ਪੈਣੀ ਹੈ, ਮਨ ਨੀਵਾਂ ਕਰਨਾ ਪੈਣਾ ਹੈ, ਕਿਉਂਕਿ ਮੁਕਤੀ ਦਾ ਰਾਹ ਹੈ ਨਾ ਜਿਹੜਾ ਬੜਾ ਬਰੀਕ ਆ, ਜਿੱਥੋਂ ਦੀ ਲੰਘਣਾ ਪੈਣਾ। ਹੁਣ ਅੱਗੇ ਪਾਵਨ ਬਚਨ ਪੜ੍ਹਿਓ, ਕਹਿੰਦੇ ਮਨ ਤੋਂ ਮੈਗਲ ਹੋਏ ਰਹਾ ਨਿਕਸਿਆ ਕਿਉਂ ਕਰ ਜਾਏ। ਤੇ ਅੱਗੇ ਸਤਿਗੁਰੂ ਕਹਿੰਦੇ, ਬਾਬਾ ਕਬੀਰ ਸਾਹਿਬ ਕਹਿੰਦੇ ਐਸਾ ਸਤਿਗੁਰ ਜੇ ਮਿਲੈ, ਜੇ ਕੋਈ ਗੁਰੂ ਮਿਲ ਪਏ ਅਜਿਹਾ ਜਿਹੜਾ ਕੋਈ ਤੁਹਾਡੇ ਤੇ ਪ੍ਰਸੰਨ ਹੋ ਕੇ ਕਿਰਪਾ ਕਰੇ, ਵੀ ਇਹੋ ਜਿਹਾ ਕੋਈ ਗੁਰੂ ਮਿਲੇ ਜਿਹੜਾ ਪ੍ਰਸੰਨ ਹੋ ਕੇ ਕਿਰਪਾ ਕਰੇ। ਹੁਣ ਸਾਰੇ ਬੈਠੇ ਆਪਾਂ, ਹੁਣ ਤੱਕ ਦੱਸੋ ਵੀ ਤੁਹਾਨੂੰ ਗੁਰੂ ਮਿਲਿਆ ਕਿ ਨਹੀਂ। ਸਾਨੂੰ ਪਤਾ ਹੀ ਹੈ ਵੀ ਸਾਡਾ ਗੁਰੂ ਗੁਰੂ ਗ੍ਰੰਥ ਸਾਹਿਬ ਹੈ, ਇਹ ਤਾਂ ਸਾਨੂੰ ਪਤਾ ਹੈ, ਗੁਰੂ ਦੀ ਸਾਨੂੰ ਪਹਿਚਾਣ ਆ। ਪਰ ਇਹ ਦੱਸੋ ਵੀ ਪ੍ਰਸੰਨ ਅਜੇ ਤੱਕ ਹੋਇਆ ਕਿ ਨਹੀਂ। ਅਤੇ ਜਦੋਂ ਨਿਆਂ ਵੇਖਾਂਗੇ ਨਾ, ਅਤੇ ਨਿਆਂ ਤਾਂ ਇਹ ਨਿਕਲਣਾ ਹੈ ਵੀ ਗੁਰੂ ਤਾਂ ਪ੍ਰਸੰਨ ਹੈ, ਅਸੀਂ ਖੁਦ ਹੀ ਨਹੀਂ ਪ੍ਰਸੰਨ ਹੈਗੇ ਗੁਰੂ ਦੀਆਂ ਗੱਲਾਂ ਤੋਂ। ਗੁਰੂ ਤਾਂ ਪ੍ਰਸੰਨ ਹੀ ਹੈ, ਗੁਰੂ ਤਾਂ ਕਹਿੰਦੇ ਮੁਕਤ ਹੋ ਜਾ, ਆ ਜਾ, ਆ ਛੱਡ ਗੱਲਾਂ, ਉਹ ਲੜਾਈ ਝਗੜੇ ਜੇ ਤੇਰਾ ਜੀਵਨ ਖੁਆਰ ਕਰ ਰਹੇ ਨੇ, ਸਮਾਂ ਹੀ ਲੰਘ ਰਿਹਾ, ਰਾਤਾਂ ਦੀਆਂ ਨੀਂਦਾਂ ਤੇਰੀਆਂ ਉੱਡੀਆਂ ਪਈਆਂ ਨੇ, ਭੁੱਖ ਤੈਨੂੰ ਕਦੇ ਕਿਸੇ ਨਾਲ ਲੜ ਪਿਆ, ਕਦੇ ਕਿਸੇ ਨਾਲ, ਉਹ ਛੱਡ ਗੱਲਾਂ, ਇਹ ਚੱਖਾ ਮਾਰਨੀਆਂ ਨੇ, ਖੁਆਰ ਆ। ਕੋਈ ਭਲੇ ਦਾ ਕੰਮ ਕਰ ਲੈ, ਦੁਨੀਆ ਦਾ ਸਵਾਰ ਲੈ, ਲੋਕ ਯਾਦ ਕਰਨਗੇ, ਨਹੀਂ ਤਾਂ ਮਰਨ ਤੋਂ ਬਾਅਦ ਕਹਿਣਗੇ ਵਧੀਆ ਹੋਇਆ ਖਹਿੜਾ ਸੁੱਟਿਆ। ਇਹ ਗੱਲਾਂ ਹੋਣਗੀਆਂ। ਕੋਈ ਚੱਜ ਦਾ ਕੰਮ ਕਰ ਲੈ, ਗੁਰੂ ਤਾਂ ਇਹ ਹਰ ਰੋਜ਼ ਕਹਿੰਦੇ, ਆਵਾਜ਼ਾਂ ਮਾਰਦੇ ਵੀ ਆ ਜਾ, ਸਮਝ ਲੈ। ਗੁਰੂ ਦਾ ਪ੍ਰਸੰਨ ਸਾਡੇ 'ਤੇ ਹੈ, ਅਸੀਂ ਗੁਰੂ ਦੀਆਂ ਗੱਲਾਂ 'ਤੇ ਪ੍ਰਸੰਨ ਨਹੀਂ ਹੈਗੇ, ਅਸੀਂ ਖੁਸ਼ ਨਹੀਂ ਹੈਗੇ ਗੁਰੂ ਦੀਆਂ ਗੱਲਾਂ 'ਤੇ, ਕਹਿੰਦੇ ਸਾਨੂੰ ਪ੍ਰਵਾਨ ਨਹੀਂ ਹੈਗੀਆਂ। ਬਾਬਾ ਤੇਰੇ ਲਈ ਬਹੁਤ ਕੁਛ ਕਰਦੇ ਹਾਂ, ਅਸੀਂ ਬੜਾ ਕੁਝ ਲਿਆ ਕੇ ਦਿੰਦੇ ਹਾਂ, ਰੁਮਾਲੇ ਵੀ ਅਸੀਂ ਚੜਾ ਦਿੰਦੇ ਹਾਂ, ਦੇਗਾਂ ਵੀ ਅਸੀਂ ਕਰਾਤੀਆਂ, ਚੌਰ ਵੀ ਲਿਆ ਦਾਂਗੇ, ਬਸ ਬੋਲਿਆ ਨਾ ਕਰ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅਸੀਂ ਢੱਕ ਕੇ ਰੱਖ ਦਿੱਤੀ, ਚੱਕ ਕੇ ਪੜ੍ਹੀ ਨਹੀਂ ਕਦੇ, ਬਹੁਤ ਕੁਛ ਨਿਕਲਣਾ ਸੀ। ਐਸਾ ਸਤਿਗੁਰ ਜੇ ਮਿਲੈ ਤੁਠਾ ਕਰੇ ਪਸਾਓ। ਅਤੇ ਅੱਗੇ ਗੁਰਦੇਵ ਜੀ ਕਹਿੰਦੇ, ਮੁਕਤ ਦੁਆਰਾ ਮੋਕਲਾ ਸਹਿਜੇ ਆਵੋ ਜਾਓ। ਜਿੱਦਣ ਗੁਰੂ ਦੀ ਕਿਰਪਾ ਹੋ ਗਈ ਨਾ, ਫਿਰ ਉਹ ਮੁਕਤੀ ਦਾ ਦੁਆਰਾ ਹੀ ਬੜਾ ਖੁੱਲ੍ਹਾ ਲੱਗਣ ਲੱਗ ਪੈਣਾ ਹੈ। ਜਿਹੜਾ ਰਾਈ ਦਸਵਾਂ ਬੜਾ ਬਰੀਕ ਸੀ ਨਾ, ਕਿਉਂਕਿ ਤੇਰਾ ਮਨ ਹੀ ਉੱਚਾ ਸੀ। ਜਿੱਦਣ ਮਨ ਨੀਵਾਂ ਹੋ ਗਿਆ ਨਾ, ਉਹ ਮੁਕਤੀ ਦਾ ਰਾਹ ਹੀ ਤੇਰੇ ਲਈ ਖੁੱਲ੍ਹ ਜਾਣਾ ਹੈ, ਮੁਕਤੀ ਦਾ ਰਾਹ ਹੀ ਖੁੱਲ੍ਹ ਜਾਣਾ ਹੈ। ਰਸਤਾ ਜਦੋਂ ਖੁੱਲ੍ਹ ਗਿਆ ਨਾ, ਸਭ ਕੁਝ ਪ੍ਰਤੱਖ ਦਿਸ ਪੈਣਾ, ਰਾਹ ਬਹੁਤ ਖੁੱਲ੍ਹ ਜਾਣਾ, ਫਿਰ ਰਸਤਾ ਖੁੱਲ੍ਹ ਜਾਣਾ, ਉਸ ਵਿੱਚੋਂ ਫਿਰ ਸੌਖੇ ਹੀ ਲੰਘ ਸਕਦਾ ਹੈ ਤੂੰ। ਹੁਣ ਤਾਂ ਹੰਕਾਰ ਨਹੀਂ ਲੰਘਣ ਦਿੰਦਾ, ਤਾਂ ਹੰਕਾਰ ਨਹੀਂ, ਹੁਣ ਤਾਂ ਧਨ ਦੌਲਤ ਰੂਪ ਰੰਗ ਦਾ ਹੰਕਾਰ ਨਹੀਂ ਲੰਘਣ ਦਿੰਦਾ, ਹੁਣ ਤਾਂ ਜਾਤ ਦਾ ਹੰਕਾਰ ਨਹੀਂ ਬੰਦੇ ਨੂੰ ਲੰਘਣ ਦਿੰਦਾ। ਜਿੱਦਾਂ ਨੀਵਾਂ ਹੋ ਗਿਆ ਨਾ, ਮੁਕਤੀ ਮਿਲ ਜਾਣੀ ਹੈ ਤੈਨੂੰ। ਅਤੇ ਪਹਿਲਾਂ ਗੱਲ ਸ਼ੁਰੂ ਕੀਤੀ, ਮੁਕਤੀ ਸਾਡੇ ਮਨ ਨੇ ਲੈਣੀ ਹੈ। ਉਹ ਭਲਿਆ ਆ ਜਿਹੜੇ ਨੇ ਨਾ, ਇਹ ਸੰਗਲ ਨੇ ਸਾਰੇ ਬੰਧਨਾਂ ਦੇ, ਵਹਿਮ ਭਰਮ ਕਰਮ ਕਾਂਡ ਹੰਕਾਰ ਈਰਖਾ ਸਾਰੇ ਸੰਗਲ ਨੇ। ਆਜ਼ਾਦ ਇਹਨਾਂ ਤੋਂ ਹੋਣਾ ਏ। ਆ ਬੈਠ ਗੁਰੂ ਦੀ ਗੱਲ ਸੁਣ, ਹੋ ਸਕਦਾ ਤੈਨੂੰ ਆਜ਼ਾਦੀ ਮਿਲ ਜਾਵੇ। ਹੋਰ ਪਾਵਨ ਗੁਰਬਾਣੀ ਦੇ ਬਚਨ ਨੇ, ਜਿਹਦੇ ਵਿੱਚ ਸਤਿਗੁਰੂ ਜੀ ਗੱਲ ਆਖਦੇ ਨੇ, ਕਹਿੰਦੇ ਗੁਰ ਕੈ ਸ਼ਬਦ ਮਨ ਜਿੱਤਿਆ। ਗੁਰੂ ਦੇ ਸ਼ਬਦ ਰਾਹੀਂ ਮਨ ਜਿੱਤਿਆ ਜਾਣਾ। ਗਤ ਮੁਕਤ ਕਰਮ ਹੈ ਪਾਏ। ਕਹਿੰਦੇ ਜਿਸ ਮਨੁੱਖ ਨੇ ਗੁਰੂ ਸ਼ਬਦ ਵਿੱਚ ਜੁੜ ਕੇ ਆਪਣੇ ਮਨ ਨੂੰ ਵਸ ਕਰ ਲਿਆ, ਉਹ ਘਰ ਪਰਿਵਾਰ ਦੇ ਵਿੱਚ ਰਹਿੰਦਿਆਂ, ਗ੍ਰਸਤ ਦੇ ਵਿੱਚ ਰਹਿੰਦਿਆਂ ਹੀ ਮੁਕਤੀ ਪ੍ਰਾਪਤ ਕਰ ਲੈਂਦਾ ਹੈ। ਮੁਕਤੀ ਕਿੱਥੇ ਮਿਲਣੀ ਹੈ? ਸੰਸਾਰ ਵਿੱਚ।
ਤੇ ਇਸ ਲਈ ਯਤਨ ਸਾਡੇ ਇਹ ਹੋਣੇ ਚਾਹੀਦੇ ਨੇ ਵੀ ਹੁਣ ਮੁਕਤ ਹੋਈਏ, ਮਰਨ ਤੋਂ ਬਾਅਦ ਵਾਲੀਆਂ ਗੱਲਾਂ ਛੱਡ ਦਈਏ। ਕੰਮ ਤਾਂ ਇੱਥੇ ਕਰਨਾ ਹੈ, ਮਰਨ ਤੋਂ ਬਾਅਦ ਦੇ ਲਈ ਫਿਕਰਮੰਦ ਹੋ ਕੇ ਬੈਠੇ ਰਹੀਏ। ਜੀਵਨ ਖੁਆ ਰਿਹਾ, ਐਂ ਸੋਚ ਵੀ ਹੁਣ ਕੀ ਕਰਨਾ, ਮਰਨ ਤੋਂ ਬਾਅਦ ਅਸੀਂ ਕੀ ਲੈਣਾ, ਸਾਨੂੰ ਕੀ ਪਤਾ ਕੀ ਹੋ ਜਾਣਾ। ਹੁਣ ਵੇਖ ਵੀ ਇਹਨੂੰ ਜਿਉਣਾ ਕਿਵੇਂ ਸਫਲ ਕਰਨਾ, ਇਹਨੂੰ। ਤਾਂ ਹੀ ਧੰਨ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਨੇ ਪੁੱਛਿਆ ਸੀ ਨਾ, ਸਰੀਰਾ ਮੇਰੇ ਇਸ ਜਗ ਮਾਇ ਕਿਆ ਤੁਧ ਕਰਮ ਕਮਾਇਆ, ਕਿ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮਾਇ। ਜਿੱਦਣ ਦਾ ਸੰਸਾਰ ਵਿੱਚ ਆ ਗਿਆ ਕੁਛ ਚੰਗਾ ਕੀਤਾ ਕਿ ਬਸ ਹੁਣ ਤੱਕ ਲੜਾਈਆਂ 'ਚ ਹੀ ਲੰਘ ਗਿਆ ਕੰਮ, ਵੀ ਹੁਣ ਤੱਕ ਲੋਕਾਂ ਨੂੰ ਸਮਝਾਉਂਦਾ ਰਿਹਾ, ਵੀ ਆਪ ਸਮਝਿਆ ਕਦੇ, ਆਪ ਗੱਲ ਨੂੰ ਮੰਨਿਆ। ਗੱਲ ਇਹ ਹੈ, ਗੁਰ ਕਾ ਸ਼ਬਦ ਮਨ ਜੀਤਿਆ ਗਤ ਮੁਕਤ ਘਰੈ ਮਹਿ ਪਾਏ। ਨਹੀਂ ਤਾਂ ਸਤਿਗੁਰੂ ਜੀ ਕਹਿੰਦੇ ਇੱਥੇ ਮੁਕਤੀ ਦੇ ਰਾਹ ਬਹੁਤ ਲੋਕਾਂ ਨੇ ਬਣਾ ਛੱਡੇ ਸੀ, ਬੜਾ ਕੁਝ ਸੀ। ਇਹੀ ਕਬੀਰ ਸਾਹਿਬ ਜੀ ਦਾ ਬਚਨ ਹੈ, ਉਹਨਾਂ ਨੇ ਬੜਾ ਕੁਝ ਸਮਝਾਇਆ ਮੁਕਤੀ ਦੇ ਸੰਬੰਧ ਦੇ ਵਿੱਚ। ਕਹਿੰਦੇ ਇੱਥੇ ਕੋਈ ਨੰਗਾ ਤੁਰਿਆ ਫਿਰਦਾ ਰਿਹਾ, ਕੋਈ ਨੰਗਾ ਤੁਰਿਆ ਫਿਰਦਾ ਰਿਹਾ, ਕੋਈ ਜੰਗਲਾਂ 'ਚ ਤੁਰਿਆ ਫਿਰਦਾ ਰਿਹਾ ਮੁਕਤੀ ਦੇ ਖਾਤਰ। ਕਿਸੇ ਨੇ ਵਾਲ ਕਟਾ ਛੱਡੇ ਸਿਰ ਦੇ, ਨੰਗੇ ਪੈਰੀ ਹੋ ਕੇ ਤੁਰਿਆ ਫਿਰਦਾ ਰਿਹਾ। ਕਿਸੇ ਨੇ ਵਿਆਹ ਨਹੀਂ ਕਰਾਇਆ ਮੁਕਤੀ ਦੇ ਖਾਤਰ। ਪਰ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਇਹਨਾਂ ਲੱਛਣਾਂ ਦੇ ਨਾਲ ਮੁਕਤੀ ਨਹੀਂ ਮਿਲਦੀ ਹੁੰਦੀ ਕਦੇ ਵੀ। ਮੁਕਤੀ ਮਿਲਣੀ ਹੈ ਤੇਰੇ ਮਨ ਨੂੰ, ਮਨ ਆਜ਼ਾਦ ਕਰ ਲੈ, ਰਹਿਣਾ ਭਾਵੇਂ ਸੰਸਾਰ ਦੇ ਵਿੱਚ ਹੀ ਹੈ, ਮਨ ਤੇਰਾ ਆਜ਼ਾਦ ਹੋਣਾ ਚਾਹੀਦਾ ਹੈ। ਤੇਰੀ ਬਿਰਤੀ ਆਜ਼ਾਦ ਹੋਵੇ, ਕਰਮ ਕਾਂਡਾਂ ਦੇ ਵਿੱਚ ਵਹਿਮਾਂ ਭਰਮਾਂ 'ਚ ਨਾ ਪਵੇ। ਉਸ ਪ੍ਰਮਾਤਮਾ ਨੂੰ ਹਰੇਕ ਘਟ ਦੇ ਵਿੱਚੋਂ ਦੇਖਣ ਦਾ ਯਤਨ ਕਰ। ਇਹ ਹੈ ਅਸਲ ਮੁਕਤੀ। ਆ ਸੁਰਤ ਆ ਨਾ ਜਿਹੜੀ, ਇਹਨੂੰ ਕਰਮ ਕਾਂਡਾਂ 'ਚੋਂ ਕੱਢ, ਇਹਨੂੰ ਆਜ਼ਾਦ ਕਰ, ਇਹਨੂੰ ਕਹਿੰਦੇ ਨੇ ਮੁਕਤੀ। ਨਹੀਂ ਤਾਂ ਬਾਬਾ ਕਬੀਰ ਸਾਹਿਬ ਜੀ ਦਾ ਪਾਵਨ ਬਚਨ ਜਿਹੜਾ ਆਪਾਂ ਬੜੇ ਵਾਰ ਸਮਝੇ, 324 ਅੰਕ ਦੇ ਉੱਪਰ ਆ, ਗੌੜੀ ਕਬੀਰ ਜੀ, ਜਿਹਦੇ ਵਿੱਚੋਂ ਗੱਲ ਆਖਦੇ ਨੇ, ਨਗਨ ਫਿਰਤ ਜੋ ਪਾਈਆ ਜੋਗ ਬਣਕਾ ਮਿਰਗ ਮੁਕਤ ਸਭ ਹੋਗ। ਕਹਿੰਦੇ ਹੁਣ ਤੱਕ ਜੇ ਨੰਗਿਆਂ ਫਿਰ ਕੇ ਮੁਕਤੀ ਮਿਲਣੀ ਹੁੰਦੀ ਤਾਂ ਜੰਗਲਾਂ ਦੇ ਵਿੱਚ ਭੇਡਾਂ ਬੱਕਰੀਆਂ ਹੋ ਗਈਆਂ, ਬਾਂਦਰ ਹੋ ਗਏ, ਟਪੂਸੀਆਂ ਮਾਰਦੇ, ਨੰਗੇ ਤੁਰੇ ਫਿਰਦੇ ਨੇ, ਮੁਕਤ ਹੋ ਜਾਣਾ ਸੀ ਉਹਨੂੰ ਤਾਂ ਇਹਨਾਂ ਨੇ। ਕਿਆ ਨਾਂਗੇ ਕਿਆ ਬਾਂਦੇ ਚਾਮ ਜਬ ਨਹੀਂ ਚੀਨਸ ਆਤਮ ਰਾਮ। ਕਹਿੰਦੇ ਭਾਵੇਂ ਨੰਗਾ ਰਹੀ ਚੱਲ, ਭਾਵੇਂ ਕੱਪੜੇ ਪਾਈ ਚੱਲ, ਜਿੰਨਾ ਟਾਈਮ ਰੱਬ ਨਹੀਂ ਨਾ ਚੇਤਿਆ ਕੁਝ ਵੀ ਨਹੀਂ ਹੋ ਸਕਦਾ। ਮੂੰਡ ਮੰਡਾਏ ਜਿਉਂ ਸਦ ਪਾਈ ਮੁਕਤੀ ਭੇਡ ਨਾ ਗਈਆ ਗਾਈ। ਜੇ ਸਿਰ ਮਨਾ ਕੇ ਮੁਕਤੀ ਮਿਲ ਜਾਂਦੀ ਹੁੰਦੀ ਤਾਂ ਭੇਡਾਂ ਬੱਕਰੀਆਂ ਨੂੰ ਬੰਦਾ ਉਹੀ ਮੁੱਲ ਦਿੰਦਾ, ਉਹਨਾਂ ਨੂੰ ਸਮਝਾਇਆ ਨਹੀਂ ਜਾ ਸਕਦਾ, ਮੁੱਲ ਜ਼ਰੂਰ ਦਿੰਦਾ ਪਰ ਮੁਕਤੀ ਨਹੀਂ ਮਿਲ ਸਕਦੀ। ਬਿੰਦ ਰਾਖ ਜੋ ਤਰੀਆ ਭਾਈ ਖੁਸਰੈ ਕਿਉਂ ਨਾ ਪਰਮਗਤ ਪਾਈ। ਕਹਿੰਦੇ ਜੇ ਵਿਆਹ ਨਾ ਕਰਾਏ ਸੰਸਾਰ ਦੇ ਵਿੱਚ ਮੁਕਤੀ ਮਿਲਦੀ ਹੁੰਦੀ ਨਾ, ਫਿਰ ਕਹਿੰਦੇ ਖੁਸਰੇ ਇੱਦਾਂ ਹੀ ਰਹਿੰਦੇ ਨੇ, ਵਿਆਹ ਉਹਨਾਂ ਦੇ ਵੀ ਨਹੀਂ ਹੁੰਦੇਗੇ। ਕਹੋ ਕਬੀਰ ਸੁਣੋ ਨਰ ਭਾਈ ਰਾਮ ਨਾਮ ਬਿਨਾ ਕਿਣਗਤ ਪਾਈ। ਕਬੀਰ ਸਾਹਿਬ ਕਹਿੰਦੇ ਭਲੇ ਲੋਕੋ ਸੁਣੋ ਗੱਲ, ਰੱਬ ਦੇ ਨਾਮ ਤੋਂ ਬਿਨਾਂ ਕਿਸੇ ਨੇ ਮੁਕਤੀ ਨਹੀਂ ਪਾਈ, ਜਿੱਥੇ ਮਰਜ਼ੀ ਤੁਰਿਆ ਫਿਰਦਾ ਰਹਿ। ਸਤਿਗੁਰੂ ਰਹਿਮਤ ਕਰਨ, ਅਸੀਂ ਗੁਰਬਾਣੀ ਦਾ ਪੱਖ ਮਜ਼ਬੂਤ ਕਰੀਏ, ਨਾਲ ਨਾਲ ਆਪਾਂ ਗੁਰਬਾਣੀ ਵੀ ਸਮਝੀਏ ਵੀ ਮੁਕਤੀ ਕਿਵੇਂ ਮਿਲਣੀ ਹੈ। ਅਤੇ ਜਿਹੜੇ ਕਰਮਕਾਂਡ ਚੱਲ ਰਹੇ ਨੇ ਉਹਨਾਂ ਦਾ ਵੀ ਖੰਡਨ ਲਾਜ਼ਮੀ ਕੀਤਾ ਹੈ, ਵੀ ਉਹਨਾਂ ਦੇ ਵਿੱਚ ਵੀ ਅਸੀਂ ਕਿਤੇ ਫਸ ਨਾ ਜਾਈਏ। ਅਤੇ ਜੇ ਗੱਲ ਨੂੰ ਮੰਨਾਂਗੇ ਤਾਂ ਪਾਰ ਉਤਾਰਾ ਸਾਡਾ ਤਾਂ ਹੀ ਹੋ ਸਕਦਾ ਹੈ। ਸਤਿਗੁਰੂ ਰਹਿਮਤ ਕਰਨ। ਜਿੰਨੀਆਂ ਵੀ ਸੰਗਤਾਂ ਜੁੜਨ ਵਾਲੇ ਬੈਠੀਆਂ ਨੇ, ਬੜੇ ਪਿਆਰ ਦੇ ਨਾਲ ਸ਼ਰਵਣ ਕਰਦੇ ਹੋ, ਸਾਰਿਆਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ।